ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਮਿਹਰਮਤ ਦਾ ਸਦਕਾ ਜੋ ਆਪਾਂ ਨੂੰ ਗੁਰੂ ਕੇ ਹਜ਼ੂਰ ਜੁੜ ਮਿਲ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਅਰਸ਼ੀ ਸੁਨੇਹੇ ਵਡਿਆਈ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਤੋ ਆਓ ਅੱਜ ਆਪਾਂ ਇਹ ਜੋ ਦਿਹਾੜੇ, ਇਹ ਜੋ ਸਮਾਂ ਪੋਹ ਦੇ ਮਹੀਨੇ ਦਾ ਜਿੱਥੋਂ ਦੂਸਰਾ ਹਫਤਾ ਜਿਹੜਾ ਹੈ, ਕਿਉਂਕਿ ਅਰੰਭਤਾ ਦਾ ਇਸ ਦੀ ਪਹਿਲੇ ਹਫਤੇ ਤੋਂ ਹੀ ਇਸ ਇਤਿਹਾਸ ਦੀ ਹੋ ਜਾਂਦੀ ਆ, ਲੇਕਿਨ ਆਪਾਂ ਜਦੋਂ ਉਸ ਪਾਵਨ ਇਤਿਹਾਸ ਨੂੰ ਜੋ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣਾ ਔਰ ਰਸਤੇ ਦੇ ਵਿੱਚ ਤੇ ਫਿਰ ਚਮਕੌਰ ਸਾਹਿਬ ਦੀ ਧਰਤੀ 'ਤੇ ਜੋ ਸ਼ਹਾਦਤਾਂ ਨੇ, ਉਹਦੇ ਤੋਂ ਬਾਅਦ ਫਿਰ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਇਹ ਪਾਵਨ ਪਵਿੱਤਰ ਇਤਿਹਾਸ ਦੀ ਲੜੀ ਆਪਾਂ ਪ੍ਰਾਰੰਭ ਕਰ ਰਹੇ ਹਾਂ। ਤੋ ਆਪ ਜੀ ਨੇ ਇਸ ਇਤਿਹਾਸ ਨੂੰ ਸਰਵਣ ਕਰਕੇ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰਨ ਜਿੱਥੇ ਲਾਹੇ ਲੈਣੇ ਆ, ਉੱਥੇ ਅਸੀਂ ਆਪਣੇ ਬੱਚਿਆਂ ਨੂੰ ਵੀ ਸਤਿਗੁਰਾਂ ਦੀ ਸਾਡੇ ਉੱਤੇ ਜੋ ਬਖਸ਼ਿਸ਼ ਮਿਹਰਮਤ ਔਰ ਸਾਡੀ ਜੋ ਅੱਜ ਆਇਡੈਂਟੀਟੀ ਹੈ, ਪਹਿਚਾਣ ਹੈ, ਇਹ ਸਾਨੂੰ ਕਿੰਝ ਪ੍ਰਾਪਤ ਹੋਈ ਹੈ, ਇਸ ਬਾਬਤ ਅਸੀਂ ਜਾਣਨ ਦਾ ਯਤਨ ਕਰਾਂਗੇ। ਤੋ ਕਰੋ ਕਿਰਪਾ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹੱਕ ਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਨਾਲੋਂ ਪਹਿਲਾਂ ਜਦੋਂ ਅਸੀਂ ਆਨੰਦਪੁਰ ਸਾਹਿਬ ਨੂੰ ਘੇਰਾ ਪੈਣ ਦੀ ਗੱਲ ਕਰਦੇ ਹਾਂ, ਆਨੰਦਪੁਰ ਸਾਹਿਬ ਨੂੰ ਛੱਡਣ ਦੀ ਗੱਲ ਆਪਾਂ ਇਤਿਹਾਸ ਪੜ੍ਹਦੇ ਹਾਂ, ਫਿਰ ਸਰਸਾ ਦੇ ਕੰਢੇ ਪਰਿਵਾਰ ਵਿਛੋੜੇ ਦੀ ਬਾਤ ਹੁੰਦੀ ਆ। ਇਹਦੀ ਜਿਹੜੀ ਪਿੱਠ ਭੂਮੀ ਆ, ਇਹ ਕਾਰਨ ਕਿਉਂ ਬਣੇ, ਇਹਨਾਂ ਦਾ ਜਿਹੜਾ ਹੈ ਪਿਛੋਕੜ ਕੀ ਆ, ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ 1665 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨਗਰ ਨੂੰ ਵਸਾਉਣਾ ਆਰੰਭ ਕੀਤਾ। ਜਿਵੇਂ ਅੱਜ ਆਪਾਂ ਕਹਿੰਦੇ ਨੀਂਹ ਪੱਥਰ ਰੱਖਿਆ ਜਾਂ ਨੀਂਹ ਰੱਖੀ, ਪੁਰਾਣਾ ਸ਼ਬਦ ਸੀ ਮੋਹੜੀ ਗੱਡਣੀ, ਤਾਂ ਆਨੰਦਪੁਰ ਸਾਹਿਬ ਦੀ ਮੋਹੜੀ ਜਿਹੜੀ ਉਹ 1665 ਦੇ ਵਿੱਚ ਗੱਡੀ। ਔਰ ਇਹ ਧਰਤੀ ਕਦੇ ਮਾਖੋਵਾਲ ਦੀ ਅਖਵਾਉਂਦੀ ਸੀ ਕਹਿਲੂਰ ਰਿਆਸਤ ਦੇ ਵਿੱਚ, ਔਰ ਕਹਿਲੂਰ ਰਿਆਸਤ ਦਾ ਮਾਲਕ ਹੈ ਭੀਮ ਚੰਦ ਕਹਿਲੂਰੀਆ, ਜਿਹੜਾ ਪਹਾੜੀ ਰਾਜਾ ਹੈ। ਔਰ ਇਹ ਜਿਹੜੀ ਧਰਤੀ ਆ, ਇਹ ਮੁੱਲ ਖਰੀਦੀ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ
700 ਉਸ ਵਕਤ ਦੀ ਜੋ ਕਰੰਸੀ ਚੱਲਦੀ ਸੀ ਉਹ ਦੇ ਕੇ ਇਹਨੂੰ ਜ਼ਰ ਖਰੀਦ। ਇਹ ਜ਼ਮੀਨ ਜਿਹੜੀ ਆ, ਜਦੋਂ ਅਸੀਂ ਪੁਰਾਣਾ ਜਾ ਕੇ ਹੁਸ਼ਿਆਰਪੁਰ ਦੇ ਵਿੱਚ ਉਹ ਰਿਕਾਰਡ ਨੂੰ ਦੇਖਦੇ ਹਾਂ ਮਾਲ ਮਹਿਕਮੇ ਦੇ ਵਿੱਚ, ਤਾਂ ਉੱਥੇ ਸਾਨੂੰ ਇਹ ਚੀਜ਼ਾਂ ਮਿਲਦੀਆਂ। ਇਹ ਨਗਰ ਮਹਾਰਾਜ ਨੇ ਵਸਾਇਆ ਔਰ ਭੀਮ ਚੰਦ ਦਾ ਜਿਹੜਾ ਵਡੇਰਾ ਸੀ, ਭੀਮ ਚੰਦ ਜਿਹੜਾ ਹੈ ਉਹ ਦੀਪ ਚੰਦ ਦਾ ਪੁੱਤਰ ਹੈ, ਤੇ ਦੀਪ ਚੰਦ ਦਾ ਪਿਓ ਹੈ ਤਾਰਾ ਚੰਦ। ਇਹ ਜਿਹੜੇ ਨੇ ਲੋਕ 6ਵੇਂ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਕਰਵਾਏ ਸਨ, ਔਰ ਉਹਨਾਂ 52 ਰਾਜਿਆਂ ਦੇ ਵਿੱਚ ਬਹੁਤੇ ਜਿਹੜੇ ਉਹ ਇਹ ਰਾਜਪੂਤ ਰਾਜੇ ਪਹਾੜੀ ਰਾਜੇ ਸਨ, ਜਿਨ੍ਹਾਂ ਨੂੰ ਉੱਥੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ। ਮਹਾਰਾਜ ਨੇ ਇਹ ਛੁਡਵਾਏ ਨੇ। ਉਹ ਇਤਿਹਾਸ ਆਪਾਂ ਫਿਰ ਕਿਤੇ, ਕਿਉਂਕਿ ਲਮੇਰਾ ਹੋ ਜਾਏਗਾ। ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਨਿਵਾਸ ਕੀਤਾ, ਤੇ ਇੱਕ ਬਾਣੀ 'ਚ ਬਚਨ ਆਉਂਦਾ ਆ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ। ਬਈ ਜਿਹੜਾ ਬੰਦਾ ਆਪ ਸੁਖੀ ਉਹਨੂੰ ਸਾਰੇ ਸੁਖੀ ਦੀਦੇ। ਆਪਣਾ ਢਿੱਡ ਭਰਿਆ ਐਂ ਲੱਗਦਾ ਜਿਵੇਂ ਸਾਰੇ ਹੀ ਰੱਜੇ ਆ, ਆਪ ਭੁੱਖਾ ਆ ਤੈਨੂੰ ਲੱਗਦਾ ਸਾਰੇ ਭੁੱਖੇ ਆ। ਇਹ ਮਹਾਰਾਜ ਨੇ ਬਾਣੀ 'ਚ ਬਚਨ ਆਖਿਆ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਹੁਣ ਜਦੋਂ ਰਣਜੀਤ ਨਗਾਰਾ ਬਣਵਾਇਆ ਗਿਆ, ਉਹਦੇ ਉੱਤੇ ਚੋਟਾਂ ਪੈਣੀਆਂ, ਸਿੰਘਾਂ ਦਾ ਸ਼ਿਕਾਰ ਨੂੰ ਚੜ੍ਹਨਾ, ਘੋੜ ਸਵਾਰੀ ਕਰਨੀ, ਕਿਉਂਕਿ 6ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਇਹ ਸੀ, ਔਰ 4 ਜੰਗਾਂ ਵੀ ਲੜ ਚੁੱਕੇ ਆ ਗੁਰੂ ਕੇ ਪਿਆਰੇ ਸਤਿਗੁਰਾਂ ਦੇ ਹਜ਼ੂਰ। ਤਾਂ ਸਤਿਗੁਰਾਂ ਦਾ ਕਲਗੀ ਲਾਉਣੀ, ਦਰਬਾਰ ਲਾ ਕੇ ਬੈਠਣਾ, ਇਹ ਚੀਜ਼ਾਂ ਜਿਹੜੀਆਂ ਸਨ, ਇਹ ਪਹਾੜੀ ਰਾਜੇ, ਉਹਨਾਂ ਦੀ ਆਪਣੀ ਇਹੋ ਜਿਹੀ ਬਿਰਤੀ ਸੀ, ਮਾਰ ਧਾੜ ਕਰਨੀ, ਦੂਸਰਿਆਂ ਦੀ ਜ਼ਮੀਨ ਦੱਬਣੀ, ਕਬਜ਼ੇ ਕਰਨੇ, ਆ ਕੁਝ ਇਹ ਬਿਰਤੀ ਉਹਨਾਂ ਦੀ ਸੀ। ਲੇਕਿਨ ਉਹ ਸਤਿਗੁਰਾਂ ਦੇ ਵੱਲ ਵੀ ਇਸੇ ਢੰਗ ਨਾਲ ਵੇਖਦੇ ਆ। ਇੱਕ ਡਰ ਆ, ਦੂਸਰਾ ਮੁਤੱਸਬਪੁਣਾ, ਗੁਰੂ ਘਰ ਦੇ ਪ੍ਰਤੀ ਵੈਰ ਵਿਰੋਧ ਅਕਾਰਣੀ ਪੈਦਾ ਹੋ ਗਿਆ। ਔਰ ਮਹਾਰਾਜ ਤੋਂ ਬਹਾਨਾ ਕੀ ਬਣਿਆ, ਪ੍ਰਸਾਦੀ ਹਾਥੀ ਦਿਓ ਜੀ, ਮੈਂ ਮੁੰਡਾ ਵਿਆਹੁਣਾ। ਤੇ ਨੀਅਤ ਕੀ ਸੀ ਵੀ ਇੱਕ ਵਾਰੀ ਲੈ ਲੈਂਦੇ ਆ, ਇੱਕ ਇਹ ਪ੍ਰਸਾਦੀ ਹਾਥੀ, ਇੱਕ ਕਾਬਲੀ ਤੰਬੂ ਜਿਹੜਾ ਆ, ਤੇ ਦੁਬਾਰਾ ਆਪਾਂ ਦੇਣਾ ਨਹੀਂ, ਵਾਪਸ ਕੋਲ ਰੱਖ ਲਾਂਗੇ। ਤੇ ਮਹਾਰਾਜ ਤਾਂ ਘਟ ਘਟ ਕੇ ਅੰਤਰ ਕੀ ਜਾਣ, ਤੇ ਜਵਾਬ ਦੇ ਦਿੱਤਾ। ਗੱਲ ਵੱਧਦੀ ਭੰਗਾਣੀ ਦੇ ਜੰਗ ਤੋਂ ਇਹ 1687 'ਚ ਆਰੰਭ ਹੁੰਦਾ। ਭੰਗਾਣੀ ਦਾ ਜੰਗ ਜਿਹੜਾ ਹੋਇਆ, ਜਦੋਂ ਇਹ ਆਪਣੇ ਪੁੱਤ ਨੂੰ ਵਿਆਹੁਣ ਗਿਆ, ਤੇ ਆਪਣੇ ਫਿਰ ਉੱਧਰੋਂ ਕੁੜਮ ਫਤਿਹ ਸ਼ਾਹ ਨੂੰ, ਜਿਹਦਾ ਮਹਾਰਾਜ ਨੇ ਜ਼ਿਕਰ ਵੀ ਕੀਤਾ, ਫਤਿਹ ਸ਼ਾਹ ਕੋਪਾ ਤਬ ਰਾਜਾ, ਲੋ ਪਰਾ ਹਮਸੋਂ ਬਿਨ ਕਾਜਾ। ਬਿਨ ਕਾਜਾ ਦਾ ਅਰਥ ਐਵੇਂ ਅਕਾਰਣੀ, ਵੀ ਕਾਰਨ ਕੋਈ ਨਹੀਂ ਸੀ, ਐਵੇਂ ਸਾਡੇ ਨਾਲ ਉਲਝ ਪਿਆ। ਤੋ ਭੰਗਾਣੀ ਦੇ ਜੰਗ ਤੋਂ 1687 ਤੋਂ ਇਹ ਆਰੰਭ ਹੋਈ। ਜੋ ਸੁਲਝਿਆ ਤਾਂ ਕੰਮ ਪਹਿਲਾਂ ਹੀ ਸੀ। 1687 ਵਿੱਚ ਜੰਗ ਦਾ ਰੂਪ ਧਾਰਨ ਕੀਤਾ। ਕਿੰਨੀ ਵਾਰ ਇਹ ਰਾਜੇ ਹੱਥ ਜੋੜ ਕੇ ਮਾਫੀ ਮੰਗਣ ਵੀ ਆਏ, ਨਹੀਂ ਮਹਾਰਾਜ ਪਿੱਛੇ ਜੋ ਕੁਝ ਹੋ ਗਿਆ ਉਹਨੂੰ ਭੁਲਾ ਦਈਏ, ਗਾਂ ਤੋਂ ਤੁਹਾਡੇ ਨਾਲ। ਕਿੰਨੀ ਵਾਰ ਮਿਲਣਾ, ਕਿੰਨੀ ਵਾਰ ਵੈਰ ਵਿਰੋਧ 'ਚ ਖੜੇ ਹੋਣਾ, ਫਿਰ ਜੰਗਾਂ ਕਰਨੀਆਂ। ਅਖੀਰ ਇਹਨਾਂ ਨੇ ਬਾਦਸ਼ਾਹ ਤੱਕ ਜਿਹੜਾ ਹੈ ਉਹ ਪਹੁੰਚ ਕਰਕੇ, ਅਪਰੋਚ ਕਰਕੇ, ਉੱਧਰੋਂ ਵੀ ਫੌਜਾਂ ਚੜ੍ਹਾ ਲਿਆਂਦੀਆਂ ਨੇ। ਔਰ ਕਿੰਨੇ ਜੰਗ ਆਪ ਕਰਕੇ ਵੇਖ ਚੁੱਕੇ, ਉੱਧਰੋਂ ਵੀ ਹਾਰਦੇ ਆ ਹਰ ਵੇਲੇ। ਪਰ ਇਸ ਵਾਰ ਇਹਨਾਂ ਨੇ ਘੇਰਾ ਪਾਇਆ, ਔਰ ਇਹ ਘੇਰਾ ਜਿਹੜਾ ਆ 8 ਤੋਂ 9 ਮਹੀਨੇ ਚੱਲਿਆ। 8 ਤੋਂ 9 ਮਹੀਨੇ ਗਰਮੀ ਵੀ ਆਈ, ਬਰਸਾਤ ਦੀ ਰੁੱਤ ਵੀ ਆਈ, ਔਰ ਹੁਣ ਸਰਦੀ ਦੀ ਰੁੱਤ ਆ ਗਈ, ਜਿਨ੍ਹਾਂ ਦਿਨਾਂ ਵਿੱਚ ਆਪਾਂ ਆ। 8 ਤੋਂ 9 ਮਹੀਨੇ ਘੇਰਾ ਪਾ ਕੇ ਬੈਠੇ ਅੰਦਰ ਗੁਰੂ ਕੇ ਪਿਆਰੇ ਆਨੰਦਪੁਰ ਸਾਹਿਬ ਨੂੰ ਸਾਰੇ ਪਾਸਿਓਂ, ਅੱਜ ਦੀ ਭਾਸ਼ਾ ਵਿੱਚ ਕਹੀਏ ਤੇ ਸੀਲ ਕਰ ਦਿੱਤਾ, ਤੇ ਆਪਾਂ ਪੰਜਾਬੀ 'ਚ ਕਹੀਏ ਤੇ ਨਾਕਾਬੰਦੀ ਸਾਰੇ ਪਾਸਿਓਂ। ਨਾ ਕੋਈ ਅੰਦਰ ਜਾ ਸਕਦਾ, ਨਾ ਕੋਈ ਅੰਦਰੋਂ ਬਾਹਰ ਆ ਸਕਦਾ। ਔਰ ਰਸਤ ਪਾਣੀ ਜਿਹੜਾ, ਕਿਉਂਕਿ ਮਹਾਰਾਜ ਨੇ ਜਿਹੜੇ ਕਿਲੇ ਬਣਵਾਏ ਸਨ, ਉਹਦੇ ਵਿੱਚ ਲੋਹਗੜ੍ਹ ਦਾ ਕਿਲਾ, ਹੋਲਗੜ੍ਹ ਦਾ ਕਿਲਾ ਜਿਹਨੂੰ ਅਗੰਮਗੜ੍ਹ ਵੀ ਕਹਿੰਦੇ, ਤਾਰਾਗੜ੍ਹ ਦਾ ਕਿਲਾ, ਫਤਿਹਗੜ੍ਹ ਦਾ ਕਿਲਾ, ਇਹ ਜਿਹੜਾ ਹੈ, ਫਿਰ ਆਨੰਦਗੜ੍ਹ ਦਾ ਕਿਲਾ, ਫਿਰ ਉਹਦੇ ਤੋਂ ਬਾਅਦ ਜਿੱਥੇ ਆਪਾਂ ਅੱਜ ਤਖਤ ਸਾਹਿਬ ਸੁਭਾਈਮਾਨ ਹੈ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਕੇਸਗੜ੍ਹ ਦਾ ਕਿਲਾ। ਤੋ ਇਹ ਕਿਲੇ ਸਨ ਸਾਰੇ, ਜੋ ਉਸ ਵਕਤ ਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬਣਾਏ ਗਏ। ਔਰ 8-9 ਮਹੀਨੇ ਦੀ ਲੜਾਈ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ, ਸ਼ਹਾਦਤਾਂ ਹੋਈਆਂ। ਵਾਰ-ਵਾਰ ਉਹਨਾਂ ਨੇ ਹਕੂਮਤ ਨੂੰ ਟਾਕਰਾ ਦਿੱਤਾ, ਬਹੁਤ ਸਾਰੀ ਫੌਜ ਵੀ ਮਾਰੀ ਗਈ। ਅਖੀਰ ਜਿਹੜਾ ਆ, ਸਾਰੇ ਗੁਰੂ ਕੇ ਪਿਆਰੇ
ਹੁਣ ਘੇਰਾ ਪੀੜਾ ਹੁੰਦਾ ਗਿਆ ਤੇ ਸਤਿਗੁਰਾਂ ਦੇ ਪਰਿਵਾਰ ਸਮੇਤ ਸਾਰੇ ਸਿੰਘ ਆਨੰਦਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਇਕੱਤਰ ਹੋ ਗਏ। ਜਿਹੜਾ ਲਾਸਟ ਮੂਵਮੈਂਟ ਸੀ, ਜਦੋਂ ਆਨੰਦਗੜ੍ਹ ਸਾਹਿਬ ਦੇ ਕਿਲੇ ਵਿੱਚ ਇਕੱਤਰ ਹੋਏ, ਇਹ ਗਿਣਤੀ ਕੋਈ 400 ਤੋਂ ਲੈ ਕੇ 500 ਤੱਕ ਦੀ ਇਤਿਹਾਸ ਵਿੱਚ ਸਾਨੂੰ ਮਿਲਦੀ ਹੈ। ਔਰ ਇਹਦੇ ਵਿੱਚ ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ ਨੇ, ਮਾਤਾ ਗੁਜਰ ਕੌਰ ਜੀ ਨੇ, ਮਾਤਾ ਸਾਹਿਬ ਕੌਰ ਜੀ ਹੈ, ਮਾਤਾ ਸੁੰਦਰੀ ਜੀ ਨੇ, ਔਰ ਹੋਰ ਗੁਰੂ 5 ਪਿਆਰੇ ਵੀ ਨੇ, ਹੋਰ ਗੁਰੂ ਕੇ ਸਿੱਖ ਜਿਨ੍ਹਾਂ ਦੇ ਨਾਮ ਅੱਗੇ ਅੱਗੇ ਆਪਾਂ ਜਦੋਂ ਇਹ ਸਫ਼ਰ ਸ਼ੁਰੂ ਹੋਣਾ ਨਾਲ ਨਾਲ ਆਏਗਾ। ਸਤਿਗੁਰਾਂ ਦੇ ਹੁਣ ਉਹ ਬਾਹਰ ਉਹ ਵੀ ਤੰਗ ਨੇ, ਉਹਨਾਂ ਨੇ ਇਹ ਆਖਿਆ ਵੀ ਐਡਾ, ਜਦੋਂ ਪਾਸੇ ਖਬਰਾਂ ਜਾ ਰਹੀਆਂ ਦੂਸਰੇ ਰਾਜਾਂ ਵਿੱਚ, ਉਹ ਕਹਿੰਦੇ ਐਡੀ ਵੱਡਾ ਹਕੂਮਤ ਦੇ ਮਾਲਕ ਤੇ ਆਨੰਦਪੁਰ ਸਾਹਿਬ ਛੋਟਾ ਜਿਹਾ ਨਗਰ ਤੁਹਾਡੇ ਤੋਂ ਜਿਹੜਾ ਫਤਿਹ ਨਹੀਂ ਕੀਤਾ ਜਾ ਰਿਹਾ। ਹੁਣ ਉਹਨਾਂ ਨੇ, ਔਰੰਗਜ਼ੇਬ ਨੇ, ਪਾਕ ਕੁਰਾਨ ਜੋ ਉਹਨਾਂ ਦਾ ਧਾਰਮਿਕ ਗ੍ਰੰਥ ਹੈ, ਉਹ ਕਾਜੀ ਵਲੀ ਹਸਨ ਜਿਹੜਾ ਆ ਉਹਦੇ ਹੱਥ ਸਮਾਣੇ ਦਾ ਰਹਿਣ ਵਾਲਾ ਸੀ। ਮਹਾਰਾਜ ਦੇ ਲਈ ਵੀ ਅਸੀਂ ਕਸਮ ਖਾ ਕੇ ਕਹਿੰਨੇ, ਇੱਕ ਵਾਰ ਆਨੰਦਪੁਰ ਸਾਹਿਬ ਛੱਡ ਦਿਓ, ਸਾਡੀ ਰਹਿ ਜਾਏਗੀ, ਤੇ ਤੁਸੀਂ ਦੁਬਾਰਾ ਆ ਕੇ ਫਿਰ ਇੱਥੇ ਵਸੇਬਾ ਕਰ ਲਿਓ, ਜਿੱਧਰ ਜਾਣਾ ਚਾਹੋ ਚਲੇ ਜਾਓ, ਦੁਬਾਰਾ ਆ ਜਾਓ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਉਹਨਾਂ ਨੇ ਆਪਣੇ ਵੱਲੋਂ ਇਸ ਤਰ੍ਹਾਂ ਭਰੋਸਾ ਦਿੱਤਾ। ਤੇ ਇੱਧਰ ਭੀਮ ਚੰਦ ਦਾ ਜਿਹੜਾ ਪੁਰੋਹਿਤ, ਉਹਦਾ ਅਸਲ ਨਾਮ ਪਰਮਾਨੰਦ ਸੀ, ਤੇ ਇਤਿਹਾਸ ਵਿੱਚ ਤੇ ਸਿੰਘ ਉਹਨੂੰ ਪੰਮਾ ਪੁਰੋਹਿਤ ਕਹਿੰਦੇ ਸੀ। ਉਹ ਵਜ਼ੀਰ ਰੂਪ ਵਿੱਚ ਵੀ ਸੀ ਭੀਮ ਚੰਦ ਦਾ, ਤੇ ਪੁਰੋਹਿਤ ਵੀ ਸੀ। ਉਹ ਆਟੇ ਦੀ ਗਊ ਬਣਾ ਕੇ ਦੀਵਾ ਇਸ ਤਰ੍ਹਾਂ ਨਾਲ ਲੈ ਕੇ ਆ ਕੁਝ, ਤੇ ਉਹ ਵੀ ਲੈ ਕੇ ਆਇਆ ਵੀ ਅਸੀਂ ਜੀ ਇਹ ਕਸਮ ਖਾਂਦੇ ਹਾਂ ਬਈ ਤੁਹਾਨੂੰ ਕੋਈ ਕੁਝ ਨਹੀਂ, ਕਿ ਇੱਕ ਵਾਰ ਛੱਡ ਜਾਓ, ਦੁਬਾਰਾ ਫਿਰ ਆ ਜਾਓ, ਸਾਡੀ ਵੀ ਰਹਿ ਜਾਏਗੀ। ਮਹਾਰਾਜ ਨੇ ਭਰੋਸਾ ਨਹੀਂ ਕੀਤਾ। ਸਿੰਘਾਂ ਨੇ ਵਾਰ-ਵਾਰ ਆਖਿਆ, ਮਹਾਰਾਜ ਕਹਿੰਦੇ ਵੀ ਇਹਨਾਂ ਤੇ ਭਰੋਸਾ ਕੋਈ ਨਹੀਂ ਜੇ, ਇਹਨਾਂ ਦਾ ਈਮਾਨ ਧਰਮੇ, ਜਿਹੜੇ ਲੋਕ ਧਰਮੇ ਮਾਨ ਦੀਆਂ ਕਸਮਾਂ ਖਾਣ ਤੇ ਆ ਜਾਣ, ਇਹਨਾਂ ਧਰਮੇ ਮਾਨ ਨਹੀਂ ਹੁੰਦਾ। ਪਰ ਸਿੰਘ ਕਹਿੰਦੇ ਮਹਾਰਾਜ ਨਹੀਂ, ਸਾਹਿਬ ਕਹਿੰਦੇ ਤੁਹਾਨੂੰ ਇੱਕ ਵਾਰ ਵਿਖਾ ਦਿੰਦੇ ਹਾਂ। ਮਹਾਰਾਜ ਨੇ ਗੱਡਿਆਂ ਐਲਾਨ ਕਰ ਦਿੱਤਾ ਵੀ ਪਹਿਲਾਂ ਸਾਡਾ ਖਜ਼ਾਨਾ ਨਿਕਲੇਗਾ, ਅਸੀਂ ਬਾਅਦ 'ਚ ਜਾਵਾਂਗੇ। ਖਜ਼ਾਨੇ ਦੀ ਗੱਲ ਕਹੀ, ਗੱਡੇ ਜਿਹੜੇ ਨੇ ਉਹ ਭੇਜੇ ਗਏ, ਉਹਨਾਂ ਤੇ ਅੰਦਰ ਜਿਹੜੇ ਪ੍ਰਸਾਦੀ ਹਾਥੀ ਵੀ, ਕਿਉਂਕਿ ਮਰ ਚੁੱਕਾ ਸੀ ਭੁੱਖ ਨਾਲ, ਬੜੇ ਘੋੜੇ ਮਰ ਚੁੱਕੇ ਸਨ, ਔਰ ਸਿੰਘ ਵੀ ਜਿਹੜੇ ਨੇ ਬਹੁਤ ਸਾਰੇ, ਉਹਨਾਂ ਦੀਆਂ ਵੀ ਸ਼ਹਾਦਤਾਂ ਹੋਈਆਂ ਨੇ। ਔਰ ਉਹਦੇ ਤੋਂ ਬਾਅਦ ਟੁੱਟੇ ਹੋਏ ਜਿਹੜੇ ਨੇ ਜੋੜੇ, ਜੁੱਤੀਆਂ, ਪਾਟੇ ਹੋਏ ਕੱਪੜੇ, ਘੋੜਿਆਂ ਦੀ ਲਿੱਦ, ਵਿਸ਼ਟਾ, ਬਹੁਤ ਕੁਝ ਉਹ ਬੋਰੀਆਂ 'ਚ ਭਰ ਕੇ ਗੱਡਿਆਂ 'ਤੇ ਲੱਦ ਕੇ ਉਹਨਾਂ ਦੇ ਉੱਪਰ ਸੁੰਦਰ ਸ਼ਮਿਆਨੇ ਪਾ ਦਿੱਤੇ। ਔਰ ਉਹ ਸ਼ਮਿਆਨੇ ਪਾ ਕੇ ਉਹਦਾ ਕਾਰਨ ਇਹ ਸੀ ਵੀ ਐਂ ਲੱਗੇ ਬੜੀ ਕੀਮਤੀ ਚੀਜ਼ ਜਾ ਰਹੀ ਹੈ। ਜਿਵੇਂ ਗੱਡੇ ਬਾਹਰ ਕੱਢੇ ਬਈ ਹੁਣ ਸਾਡਾ ਮਿਸਾਲਾਂ ਨਾਲ ਬੰਨ੍ਹ ਦਿੱਤੀਆਂ ਵੀ ਸਾਡਾ ਇਹ ਪਹਿਲਾਂ ਖਜ਼ਾਨਾ ਨਿਕਲ ਰਿਹਾ, ਟੁੱਟ ਕੇ ਪੈ ਗਏ ਉਹ ਸਾਰੇ ਦੇ ਸਾਰੇ ਜਿਨ੍ਹਾਂ ਧਰਮ ਦੀਆਂ ਕਸਮਾਂ ਖਾਧੀਆਂ ਸਨ ਸਿਪਾਹੀ। ਤੇ ਬੋਰੀਆਂ ਦੇ ਆਪਣੇ ਤੰਬੂਆਂ 'ਚ ਹੀ ਜਾ ਕੇ ਫਰੋਲਾਂਗੇ, ਇੱਥੇ ਫਰੋਲਣ ਲੱਗ ਪਿਆ। ਹਾਕਮ ਨੂੰ ਪਤਾ ਲੱਗਾ, ਉਹ ਆਖੇਗਾ ਜਮ੍ਹਾਂ ਕਰਾਓ। ਇਸੇ ਕਰਕੇ ਜੋ ਕੁਝ ਤੰਬੂ 'ਚ ਲੈ ਜਾਵਾਂਗੇ ਉਹ ਆਪਣੇ ਆਪਸ ਵਿੱਚ ਵੰਡ ਲਾਂਗੇ। ਅੰਦਰ ਲੈ ਕੇ ਗਏ, ਔਰ ਇੱਥੋਂ ਤੱਕ ਜਿੱਥੇ ਉਹਨਾਂ ਤੰਬੂਆਂ 'ਚ ਥੋੜ੍ਹਾ ਬਾਹਲਾ ਆਪਣੇ ਕੁਇਸ਼ਟ ਦੀ ਪੂਜਾ ਕਰਨ ਦੀ ਥਾਂ ਬਣਾਈ ਸੀ, ਉਹਨਾਂ ਦੇ ਥੱਲੇ ਛੁਪਾ ਦਿੱਤੀਆਂ ਜਾ ਕੇ। ਲੇਕਿਨ ਜਦੋਂ ਬਾਅਦ 'ਚ ਕੱਢ ਕੇ ਵੇਖੀਆਂ, ਹੱਥ ਮਾਰਿਆ, ਕਿਸੇ ਦੇ ਹੱਥ ਟੁੱਟੀ ਜੁੱਤੀ, ਕਿਸੇ ਦਾ ਹੱਥ ਲਿੱਦ ਨਾਲ ਭਰ ਗਿਆ, ਕਿਸੇ ਦੇ ਪਾਟੇ ਪੁਰਾਣੇ ਕੱਪੜੇ, ਤੇ ਬੜੇ ਪਛਤਾਏ ਵੀ ਅਸੀਂ ਤੇ ਧਰਮੇ ਮਾਨ ਵੀ ਗਵਾਇਆ ਚੀਜ਼ ਵਾਸਤੇ, ਕਸਮਾਂ ਤੋੜੀਆਂ, ਤੇ ਹੱਥ ਸਾਡੇ ਕੀ ਆਇਆ, ਗੰਦਗੀ। ਹੁਣ ਉਹਨਾਂ ਦੁਬਾਰਾ ਫਿਰ ਵਿਸ਼ਵਾਸ ਦਵਾਇਆ, ਫਿਰ ਕਸਮ ਖਾਧੀ। ਤੋਂ ਮਹਾਰਾਜ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦਪੁਰ ਸਾਹਿਬ ਮਹਾਰਾਜ ਤਿਆਗਣ ਵਾਸਤੇ ਤਿਆਰ ਹੋਏ ਆ। ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਅਸਥਾਨ ਹੈ ਆਨੰਦਪੁਰ ਸਾਹਿਬ ਦੀ ਧਰਤੀ 'ਤੇ, ਸੀਸਗੰਜ ਸਾਹਿਬ, ਉਹ ਕਿਉਂਕਿ ਇੱਕ ਤਾਂ ਸੀਸਗੰਜ ਸਾਹਿਬ ਦਿੱਲੀ ਆ ਜਿੱਥੇ ਮਹਾਰਾਜ ਦੀ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ, ਇਹ ਸੀਸਗੰਜ ਸਾਹਿਬ ਜਿੱਥੇ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ, ਉਹ ਅਸਥਾਨ, ਉੱਥੇ ਜਾ ਕੇ ਮਹਾਰਾਜ ਅਰਦਾਸ ਕਰਦੇ ਆ, ਪਰਿਕਰਮਾ ਕਰਦੇ ਆ। ਆਨੰਦਪੁਰ ਸਾਹਿਬ ਨੂੰ ਛੱਡਣ ਦੀ ਤਿਆਰੀ ਹੋਣ ਲੱਗੀ ਆ। ਉੱਥੇ ਭਾਈ ਇੱਕ ਗੁਰਬਖਸ਼ ਉਦਾਸੀ, ਉਹਨੂੰ ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਪਿਤਾ ਗੁਰਦੇਵ ਦੇ ਇਸ ਅਸਥਾਨ ਦੀ ਸੇਵਾ ਕਰਨੀ ਆ ਤੇ ਦੀਵਾ ਜਗਦਾ ਰੱਖਣਾ, ਕਿਉਂਕਿ ਜਗਦੇ ਹੋਏ ਦੀਵੇ ਵਸਦੇ ਘਰਾਂ ਦੀ ਨਿਸ਼ਾਨੀ ਹੋਇਆ ਕਰਦੇ ਆ ਵੀ ਇਹਦਾ ਕੁਵਾਲੀ ਵਾਰਸ ਹੈ। ਗੁਰਬਾਣੀ 'ਚ ਬਚਨ ਵੀ ਆਇਆ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ, ਦੀਆ ਨਾ ਬਾਤੀ, ਵੀ ਉਹਦਾ ਤਾਂ ਸਾਰਾ ਕੁਝ ਹੀ ਖਤਮ ਹੋ ਗਿਆ, ਕੋਈ ਦੀਵਾ ਜਗਾਉਣ ਵਾਲਾ ਵੀ ਨਾ ਰਿਹਾ। ਤੋ ਇਸ ਕਰਕੇ ਆਖਿਆ ਦੀਵਾ ਜਗਦਾ ਰੱਖਣਾ। ਉਹਦੀ ਸ਼ਰਧਾ ਬੜੀ ਸੀ ਉਸ ਸਥਾਨ 'ਤੇ। ਉਹ ਕਹਿੰਦਾ ਮਹਾਰਾਜ ਵੀ ਇਸ ਲਈ ਮੈਂ ਤਾਂ ਹਾਜ਼ਰ ਹਾਂ, ਪਰ ਜਿਹੜੇ ਬਾਹਰ 8-9 ਮਹੀਨਿਆਂ ਦੇ ਘੇਰਾ ਪਾ ਕੇ ਬੈਠੇ ਆ, ਉਹ ਕਿੰਨੇ ਕੁ ਗੁੱਸੇ 'ਚ ਹੋਣਗੇ, ਕਿੰਨਾ ਕੁ ਵੈਰ ਵਿਰੋਧ ਉਹਨਾਂ ਅੰਦਰ ਭਰਿਆ ਆ। ਤੇ ਜਦੋਂ ਤੁਸੀਂ ਜਾਓਗੇ
ਤੁਹਾਡੇ ਹੁੰਦਿਆਂ ਤੇ ਹਿੰਮਤ ਨਹੀਂ ਕਰਦੇ ਅੰਦਰ ਵੜਨ ਦੀ, ਪਰ ਤੁਸੀਂ ਜਾਓਗੇ ਜਦੋਂ ਅੰਦਰ ਆਉਣਗੇ ਤੇ ਸਾਡਾ ਹਾਲ ਕੀ ਕਰਨਗੇ। ਤੇ ਮਹਾਰਾਜ ਗੁਰੂ ਤੇ ਕਲਗੀਧਰ ਸਾਹਿਬ ਕਹਿੰਦੇ ਆ, ਭਾਈ ਗੁਰਬਖਸ਼ ਜੀ, ਜਿਸ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਤੇ ਬੈਠੇ ਹੋ ਨਾ, ਉਹਦੇ ਪਿਆਰੇ ਹੋ, ਮਾਲਕ ਦਇਆ ਕਰੇਗਾ, ਤੁਹਾਨੂੰ ਤੱਤੀ ਵਾਹ ਤੱਕ ਵੀ ਨਹੀਂ ਲੱਗਣ ਦੇਵੇਗਾ। ਔਰ ਸਤਿਗੁਰਾਂ ਨੇ, ਔਰ ਵੇਖੋ ਗੁਰੂ ਨੇ ਕਿਹਾ ਤੇ ਉਹਨੇ ਭਰੋਸਾ ਕੀਤਾ। ਫਿਰ ਉਹ ਆਂਦਾ ਜੀ ਮੈਂ ਤਾਂ ਰੋਜ਼ ਤੁਹਾਡਾ ਦੀਦਾਰ ਕਰਦਾ, ਫਿਰ ਕੁਝ ਮੁੱਖ ਨੂੰ ਲਾਉਂਦਾ। ਤੇ ਸਾਹਿਬ ਕਹਿੰਦੇ ਤੁਸੀਂ ਨੇਮ ਨਿਭਾ ਕੇ ਅੰਮ੍ਰਿਤ ਵੇਲੇ ਦਾ ਅਰਦਾਸ ਵਿੱਚ ਜੁੜੋਗੇ, ਉਹਦੇ ਤੋਂ ਬਾਅਦ ਜਦੋਂ ਵੀ ਦਰਪਣ ਵਿੱਚ ਵੇਖੋਗੇ ਤੁਹਾਨੂੰ ਰੋਜ਼ ਸਾਡੇ ਦੀਦਾਰ ਹੋਇਆ ਕਰਨਗੇ, ਅਸੀਂ ਕਿਤੇ ਦੂਰ ਨਹੀਂ ਆ। ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਦੇ ਕੇ ਆਨੰਦਪੁਰ ਸਾਹਿਬ ਤੋਂ ਚੱਲੇ ਨੇ 6 ਤੇ 7 ਪੋਹ ਦੀ ਦਰਮਿਆਨੀ ਰਾਤ, ਵਿਚਲੀ ਰਾਤ ਨੂੰ। ਜਦੋਂ ਤੁਰਿਆ ਸਤਿਗੁਰਾਂ ਦੇ ਨਾਲ 5 ਪਿਆਰੇ ਨੇ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨਾਲ ਨੇ। ਬਾਬਾ ਅਜੀਤ ਸਿੰਘ ਨੂੰ ਲਸ਼ਕਰ ਦੇ ਸਭ ਤੋਂ ਪਿੱਛੇ ਲਾਇਆ, ਕਿਉਂਕਿ ਹਮਲਾ ਹੋਣ ਦਾ ਡਰ ਜਿਹੜਾ ਉਹ ਪਿਛਲੇ ਪਾਸਿਓਂ, ਇਸੇ ਕਰਕੇ ਵੱਡੇ ਪੁੱਤਰ ਨੂੰ ਪਿੱਛੇ ਲਾਇਆ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਮਾਤਾ ਗੁਜਰੀ ਜੀ ਹੁਣਾਂ ਦੇ ਨਾਲ ਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਇਹ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੁਣਾਂ ਦੇ ਨਾਲ ਆ। ਇਸ ਤਰ੍ਹਾਂ ਇਹ ਗੁਰੂ ਕੇ ਸਿੱਖ ਜਿਹੜੇ ਨੇ ਸਤਿਗੁਰਾਂ ਦੀ ਅਗਵਾਈ ਵਿੱਚ ਚੱਲੇ। ਕੀਰਤਪੁਰ ਸਾਹਿਬ ਤੱਕ ਦਾ ਜਿਹੜਾ ਸਫ਼ਰ ਆ ਉਹ ਬੜੇ ਆਰਾਮ ਦੇ ਨਾਲ ਹੋਇਆ, ਕੋਈ ਪਿੱਛੋਂ ਹੱਲਾ ਨਹੀਂ, ਕੋਈ ਹਿਲਜੁਲ ਨਹੀਂ। ਕੀਰਤਪੁਰ ਸਾਹਿਬ ਪਹੁੰਚੇ ਆ, ਲੇਕਿਨ ਉਸੇ ਜਗ੍ਹਾ ਤੇ ਜਾ ਕੇ ਮਹਾਰਾਜ ਜਦੋਂ ਪਹੁੰਚੇ, ਵੱਡਿਆਂ ਦੀ ਥਾਂ ਤੇ ਨਮਸਕਾਰ ਕੀਤੀ। ਇੰਨੇ ਚਿਰ ਨੂੰ ਪਿੱਛੋਂ ਰੌਲਾ ਪੈ ਗਿਆ, ਯਾ ਅਲੀ ਦੇ ਨਾਅਰੇ ਲੱਗੇ, ਮਾਰਨ ਮਰਾਉਣ ਦੀਆਂ ਗੱਲਾਂ, ਤੇ ਪਤਾ ਲੱਗ ਗਿਆ ਕਿ ਪਿੱਛੋਂ ਲਸ਼ਕਰ ਨੇ ਹਮਲਾ ਕਰ ਦਿੱਤਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਹਲੀ ਨਾਲ, ਬਾਬਾ ਸੂਰਜਮਲ ਦੇ ਪੋਤਰੇ ਸਨ ਉੱਥੇ, ਗੁਲਾਬ ਰਾਏ ਤੇ ਸ਼ਿਆਮ ਸਿੰਘ, ਗੁਲਾਬ ਸਿੰਘ ਤੇ ਸ਼ਿਆਮ ਸਿੰਘ, ਉਹਨਾਂ ਨੂੰ ਫਿਰ ਇੱਕ ਚਿੱਠੀ ਲਿਖ ਕੇ ਦਿੱਤੀ ਹੈ ਨਾਹਣ ਦੇ ਰਾਜੇ ਦੇ ਨਾਮ ਵੀ ਤੁਸੀਂ ਉੱਥੇ ਚਲੇ ਜਾਓ, ਉਹ ਤੁਹਾਡੀ ਸੇਵਾ ਵੀ ਕਰੇਗਾ, ਤੁਹਾਨੂੰ ਰੱਖਣਾ ਵੀ ਕਰੇਗਾ, ਤੁਹਾਡੀ ਰੱਖਿਆ ਵੀ ਹੋਏਗੀ। ਮਹਾਰਾਜ ਉੱਥੋਂ ਚੱਲੇ ਆ। ਇਹ ਆਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਪੈਂਦਾ, ਕੀਰਤਪੁਰ ਸਾਹਿਬ ਤੋਂ ਦੱਖਣ ਵਾਲੇ ਪਾਸੇ 6 ਕਿਲੋਮੀਟਰ ਪੈਂਦੀ ਸਿਆਹੀ ਟਿੱਬੀ। ਸਿਆਹੀ ਟਿੱਬੀ ਭਾ ਬੜੇ ਦਰਖਤਾਂ ਦਾ ਝੁੰਡ, ਦਿਨ ਦੇ ਵਿੱਚ ਵੀ ਉੱਥੇ ਐ ਹਨੇਰੇ ਵਾਂਗੂ ਰਹਿੰਦਾ ਸੀ। ਉਹ ਹੁਣ ਉਸ ਜਗ੍ਹਾ ਤੇ ਇੱਕ ਜੰਗ ਮਹਾਰਾਜ ਪਹਿਲਾਂ ਲੜ ਚੁੱਕਿਆ, ਜਿਹਨੂੰ ਨਿਰਮੋਹਗੜ੍ਹ ਦੀ ਜੰਗ ਕਹਿੰਦੇ। ਇੱਕ ਵਾਰ ਮਹਾਰਾਜ ਨੇ ਪਹਿਲਾਂ ਵੀ ਆਨੰਦਪੁਰ ਸਾਹਿਬ ਛੱਡਿਆ ਸੀ। ਉਸ ਥਾਂ ਤੇ ਫਿਰ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੁਣਾਂ ਦੇ ਸਪੁੱਤਰ ਤੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਹੁਣਾਂ ਦੇ ਭਰਾ ਭਾਈ ਸਾਹਿਬ ਭਾਈ ਉਦੈ ਸਿੰਘ ਜੀ, ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਦਾ ਸਿਰ ਲਾਹ ਕੇ ਤੇ ਮਹਾਰਾਜ ਕਲਗੀਧਰ ਦੇ ਚਰਨਾਂ ਵਿੱਚ ਰੱਖਿਆ ਸੀ ਵੀ ਆਹ ਜੇ ਜੀ ਜਿਹੜਾ ਆਂਦਾ ਸੀ ਮੈਂ ਤੁਹਾਡਾ ਸੀਸ ਉਤਾਰਨਾ। ਉਹ ਭਾਈ ਉਦੈ ਸਿੰਘ ਨੂੰ ਮਹਾਰਾਜ ਨੇ 50 ਸਿੰਘਾਂ ਦਾ ਜਥਾ ਦਿੱਤਾ ਤੇ ਆਖਿਆ ਭਾਈ ਉਦੈ ਸਿੰਘ ਜੀ, ਇਹ ਜਿਹੜਾ ਲਸ਼ਕਰ ਪਿੱਛੋਂ ਆ ਰਿਹਾ ਹੈ, ਇਹਦਾ ਤੁਸੀਂ ਡਟ ਕੇ ਮੁਕਾਬਲਾ ਕਰਨਾ ਹੈ। ਉਹ ਗੁਰੂ ਕਾ ਪਿਆਰਾ ਹੁਕਮ ਸੱਤ ਕਰਕੇ ਸੀਸ ਨਵਾ ਕੇ ਮੰਨ ਕੇ, ਕੁਝ ਇਤਿਹਾਸ ਦੇ ਵਿੱਚ ਇੱਥੋਂ ਤੱਕ ਕਿ ਮਹਾਰਾਜ ਨੇ ਆਪਣੀ ਪੋਸ਼ਾਕ ਵੀ ਦਿੱਤੀ ਤਾਂ ਕਿ ਭੁਲੇਖਾ ਪੈ ਸਕੇ। ਉਹ ਹੁਣ 50 ਸਿੰਘਾਂ ਦੇ ਨਾਲ ਜੰਗ, ਮਹਾਰਾਜ ਇੱਥੋਂ ਅੱਗੇ ਚੱਲੇ, ਸਾਰੇ ਸਿੰਘਾਂ ਬਾਕੀ ਜਿਹੜਾ ਸਿੰਘਾਂ ਦੇ ਨਾਲ, ਤੇ ਉਹ 50 ਸਿੰਘਾਂ ਦਾ ਜਥਾ ਲੈ ਕੇ ਸਿਆਹੀ ਟਿੱਬੀ ਦੇ ਉੱਤੇ ਜੰਗ ਆਰੰਭ ਦਿੱਤਾ। ਔਰ ਉੱਥੇ 1 ਪਹਿਰ ਤੋਂ ਲੈ ਕੇ 1.5 ਪਹਿਰ ਦਾ ਸਮਾਂ ਲਿਖਿਆ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਜੀ ਭੰਗੂ ਹੋਣਾ ਨੇ ਵੀ, ਹੋਰ ਸਾਨੂੰ ਕੁਝ ਇਤਿਹਾਸ ਸੋਰਸ ਦੇ ਅੰਦਰ ਮਿਲਦਾ ਕਿ 3.5 ਤੋਂ 4 ਘੰਟੇ, 4 ਤੋਂ 4.5 ਘੰਟੇ ਦਾ ਸਮਾਂ ਉਹ ਏਡੇ ਵੱਡੇ ਲਸ਼ਕਰ ਨਾਲ 50 ਸਿੰਘਾਂ ਨਾਲ ਭਾਈ ਉਦੈ ਸਿੰਘ ਹਿੱਕ ਡਾਹ ਕੇ ਲੜੇ ਤੇ ਅਖੀਰ ਸਾਰੇ ਦੇ ਸਾਰੇ ਸਿੰਘ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀ ਗਏ, ਸ਼ਹੀਦ ਹੋ ਗਏ। ਔਰ ਇਧਰ ਮਹਾਰਾਜ ਪਹੁੰਚ ਗਏ ਸਰਸਾ ਦੇ ਕੰਢੇ ਨੇੜੇ। ਔਰ ਸਰਸਾ ਵੀ ਉਹਨਾਂ, ਕਿਉਂਕਿ ਜਿਵੇਂ ਆਨੰਦਪੁਰ ਸਾਹਿਬ ਛੱਡਿਆ ਨਾ, ਇੱਕ ਤਾਂ ਠੰਡ ਸਰਦੀ ਤਾਂ ਹੈ ਹੀ ਆ, ਪੋਹ ਦਾ ਮਹੀਨਾ, ਲੇਕਿਨ ਉਸ ਮੌਸਮ ਖਰਾਬ ਸੀ, ਬਰਸਾਤ ਝੜੀ ਵਾਂਗੂ ਨਾ ਰੁਕ ਰੁਕ ਕੇ ਕਦੇ ਹੁੰਦੀ ਕਦੇ ਹਟਦੀ, ਕਿਣਮਿਣ ਕਦੇ ਸ਼ੁਰੂ ਹੋ ਜਾਂਦੀ ਕਦੇ ਹਟਦੀ। ਜਿਹੜਾ ਸਰਸਾ ਸੀ ਉਹ ਵੀ ਭਰ ਕੇ ਚੱਲ ਰਹੀ ਹੈ। ਔਰ ਅੰਮ੍ਰਿਤ ਵੇਲਾ ਹੋ ਗਿਆ। ਮਹਾਰਾਜ ਕਹਿੰਦੇ ਆ ਵੀ ਅੰਮ੍ਰਿਤ ਵੇਲਾ ਹੋ ਗਿਆ ਹੈ, ਇਸੇ ਕਰਕੇ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਏ। ਅੱਲਾ ਯਾਰ ਖਾਂ ਜੋਗੀ ਨੇ ਉੱਥੇ ਬੋਲ ਲਿਖੇ ਆ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋ ਕੇ ਜ਼ੀਰੋ ਬਮ ਕਾ ਚढ़ा उतार का, मनशा बा कलगी धर के दिले बेकरार का, मौका मिले तो भजन कर लें किरदगार का। ਮਹਾਰਾਜ ਦੇ ਅੰਦਰ ਇਹ ਜਿਹੜਾ ਹੈ ਉਹ ਭਾਵਨਾ ਆ ਕਿ ਇਹ ਮੌਕਾ ਮਿਲੇ ਤੇ ਉਸ ਕਰਤਾਰ ਦਾ, ਨਿਰੰਕਾਰ ਦਾ ਭਜਨ ਦੇ ਵਿੱਚ ਜੁੜਿਆ ਜਾਏ।
ਕਹਿੰਦੇ ਮਹਿਵ ਹੋਏ ਬੰਦਗੀ ਮੈਂ ਨਾਨਕ ਕੇ ਜਾਨ ਸ਼ੀ। ਕਹਿੰਦੇ ਉਸ ਮਾਲਕ ਦੀ ਬੰਦਗੀ ਦੇ ਵਿੱਚ ਗੁਰੂ ਨਾਨਕ ਦੇ ਪਿਆਰੇ ਜਿਵੇਂ ਜੁੜੇ ਨੇ, ਔਰ ਉੱਥੇ ਟੂਟ ਪਰਾ ਲਸ਼ਕਰ ਲਾਤੀਨ, ਕਹਿੰਦੇ ਉਹ ਹੁਣ ਲਸ਼ਕਰ ਜਿਹੜਾ ਟੁੱਟ ਕੇ ਆ ਕੇ ਉਹਨਾਂ ਦੇ ਉੱਤੇ ਪੈ ਗਿਆ। ਮਹਾਰਾਜ ਨੇ ਭਾਈ ਜੈਤਾ ਤੋਂ, ਭਾਈ ਜੈਤਾ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸਨ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਉਹਨਾਂ ਦਾ ਨਾਮ ਹੋਇਆ ਸੀ ਜੀਵਨ ਸਿੰਘ। ਉਹਨਾਂ ਨੂੰ 100 ਸਿੰਘਾਂ ਦਾ ਜਥਾ ਦਿੱਤਾ ਤੇ ਸਰਸਾ ਦੇ ਉਰਲੇ ਪਾਸੇ ਝੱਖੀਆਂ ਪਿੰਡ ਪੈਂਦਾ, ਉਹਦੀ ਜੂਹ ਦੇ ਵਿੱਚ 100 ਸਿੰਘਾਂ ਦਾ ਜਥਾ ਦੇ ਕੇ ਉਹਨਾਂ ਦੀ ਜਿਹੜੀ ਡਿਊਟੀ ਲਾ ਦਿੱਤੀ ਵੀ ਤੁਸੀਂ ਹੁਣ ਇੱਥੇ ਜੂਝਣਾ ਹੈ, ਲਸ਼ਕਰ ਦਾ ਮੁਕਾਬਲਾ ਕਰਨਾ। ਹੁਣ ਦੋ ਪੱਖ ਵੇਖਣੇ, ਇੱਕ ਪਾਸੇ ਆਸਾ ਕੀ ਵਾਰ ਦਾ ਕੀਰਤਨ ਚੱਲ ਰਿਹਾ, ਦੂਸਰੇ ਪਾਸੇ ਜੰਗ ਜਿਹੜਾ ਹੋ ਰਿਹਾ ਹੈ। ਇੱਕ ਪਾਸੇ ਪੀਰੀ ਹੈ, ਇੱਕ ਪਾਸੇ ਮੀਰੀ ਹੈ, ਇੱਕ ਪਾਸੇ ਸੰਤ ਹੈ, ਇੱਕ ਪਾਸੇ ਸਿਪਾਹੀ ਹੈ। ਤੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਸ ਜਗ੍ਹਾ ਦੇ ਉੱਤੇ ਮਹਾਰਾਜ ਮਾਲਕ ਦੀ ਬੰਦਗੀ ਵਿੱਚ ਸਾਰੇ, ਇਹ ਅਖੀਰਲਾ ਦੀਵਾਨ ਸੀ ਜਿਹਦੇ ਵਿੱਚ ਸਤਿਗੁਰਾਂ ਦਾ ਪੂਰਾ ਪਰਿਵਾਰ ਉਹਨਾਂ ਦੇ ਨਾਲ ਉਸ ਦੀਵਾਨ ਦੇ ਵਿੱਚ ਸੀ। ਇੱਥੇ ਕਹਿੰਦੇ ਫਿਰ ਜੰਗ ਕਰਦਿਆਂ ਕਰਦਿਆਂ ਜੋ ਭਾਈ ਜੈਤਾ ਜੀ ਹੋਣੀ, ਭਾਈ ਜੀਵਨ ਸਿੰਘ 100 ਸਿੰਘਾਂ ਦੇ ਸਮੇਤ ਉਹ ਸ਼ਹਾਦਤ ਦਾ ਜਾਮ ਪੀਂਦੇ ਆ। ਇੱਧਰ ਅੰਮ੍ਰਿਤ ਵੇਲੇ ਦੀ ਸੰਭਾਲ ਤੋਂ ਬਾਅਦ ਮਹਾਰਾਜ ਸਰਸਾ ਨੂੰ ਪਾਰ ਕਰਨ ਦੀ ਗੱਲ ਕਰਦੇ ਆ, ਔਰ ਸਰਸਾ ਨੂੰ ਕਿਵੇਂ ਪਾਰ ਕੀਤਾ, ਪਰਿਵਾਰ ਵਿਛੋੜਾ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇਹ ਆਪਾਂ ਅਗਲੇ ਭਾਗਾਂ ਦੇ ਵਿੱਚ ਇਸ ਇਤਿਹਾਸ ਦੀ ਲੜੀ ਨੂੰ ਤੋਰਾਂਗੇ। ਸਤਿਗੁਰੂ ਦਇਆ ਕਰੇ, ਮਾਲਕ ਦੇ ਪਰਉਪਕਾਰਾਂ ਨੂੰ ਚੇਤੇ ਕਰਦੇ ਹਾਂ, ਆਪਣੇ ਬੱਚਿਆਂ ਨੂੰ ਦੱਸੀਏ ਔਰ ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਆਂ ਕਥਾ ਕਹਾਣੀਆਂ